ਬੇਅੰਤ ਕੌਰ ਨੂੰ ਡਿਪੋਰਟ ਕਰਵਾਉਣ ਦਾ ਮਾਮਲਾ। ਐਨਆਰਆਈ ਵਿੰਗ ਦੇ ਏਡੀਜੀਪੀ ਅਮਰਦੀਪ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ ਡਿਪੋਰਟ ਹੋਵੇਗੀ ਜਾਂ ਫਿਰ ਨਹੀਂ। ਹਾਲਾਂਕਿ ਸਾਫ਼ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਨਹੀਂ ਕਿਹਾ ਗਿਆ, ਪਰ ਪੁਰਾਣੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਕੇਸ ਦੇ ਵਿੱਚ ਡਿਪੋਰਟ ਹੋਵੇਗੀ ਬੇਅੰਤ ਕੌਰ ਜਾਂ ਫਿਰ ਨਹੀਂ। ਬੇਅੰਤ ਕੌਰ ਅਤੇ ਲਵਪ੍ਰੀਤ ਦਾ ਮਾਮਲਾ ਦੋਵੇਂ ਪਾਸਿਆਂ ਤੋਂ ਇਲਜ਼ਾਮ ਡੂੰਘੇ ਲੱਗ ਰਹੇ ਨੇ ਅਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਹੁਣ ਤੱਕ ਕਿੰਨੀਆਂ ਹੀ ਪਰਤਾਂ ਸਾਹਮਣੇ ਆ ਚੁੱਕੀਆਂ ਨੇ। ਪੰਜਾਬ ਸਰਕਾਰ ਤੇ ਐਨਆਰਆਈ ਵਿੰਗ ਦੇ ਵਿੱਚ ਏਡੀਜੀਪੀ ਅਮਰਦੀਪ ਸਿੰਘ ਰਾਏ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਬੇਅੰਤ ਕੌਰ ਡਿਪੋਰਟ ਹੋਵੇਗੀ ਜਾਂ ਫਿਰ ਨਹੀਂ ਅਤੇ ਵਿਆਹ ਦੇ ਮੁੱਦੇ ਨੂੰ ਲੈ ਕੇ ਜੋ ਕਿ ਸੌਦਾ ਬਣਿਆ ਹੋਇਆ ਇਸ ਸਮੇਂ ਉਸ ਨੂੰ ਲੈ ਕੇ ਵੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਤੇ ਸਮੂਹ ਪਰਿਵਾਰ ਨੂੰ ਅਪੀਲ ਕੀਤੀ ਹੈ। ਇਸ ਮਾਮਲੇ ਦੇ ਵਿੱਚ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਤਹਿਕੀਕਾਤ ਜਾਰੀ ਹੈ, ਛਾਣਬੀਣ ਕੀਤੀ ਜਾ ਰਹੀ ਹੈ। ਬੇਅੰਤ ਕੌਰ ਅਤੇ ਲਵਪ੍ਰੀਤ ਦਾ ਵਿਆਹ 7 ਤਰੀਕ 8ਵਾਂ ਮਹੀਨਾ 2019 ਨੂੰ ਰੈਜ਼ੀਡੈਂਸ ਪਲਾਜ਼ਾ ਆਸਥਾ ਕਲੋਨੀ ਬਰਨਾਲਾ ਦੇ ਵਿੱਚ ਕੀਤਾ ਗਿਆ ਸੀ। ਉਸ ਤੋਂ ਬਾਅਦ ਲਾਡੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਮੌਤ ਨੂੰ ਕਾਰਨ ਕੀ ਸੀ ਉਸ ਮੌਤ ਦੇ ਨਹੀਂ ਪਤਾ ਲੱਗ ਸਕਦਾ ਤੇ 174 ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਇੱਕ ਹਫ਼ਤੇ ਬਾਅਦ ਦੱਸਿਆ ਜਾਂਦਾ ਹੈ ਕਿ ਬੇਅੰਤ ਕੌਰ ਦੇ ਵੱਲੋਂ ਹੀ ਲਵਪ੍ਰੀਤ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਲਵਪ੍ਰੀਤ ਦੀ ਜਾਨ ਗਈ ਹੈ। ਸਾਰੀਆਂ ਗੱਲਾਂ ਦੀ ਜਾਂਚ ਪੜਤਾਲ ਹਜੇ ਚੱਲ ਰਹੀ ਹੈ। ਬੇਅੰਤ ਕੌਰ ਦੇ ਮਾਪੇ ਵੀ ਜਾਂਚ ਦੇ ਵਿੱਚ ਲਗਾਤਾਰ ਸਹਿਯੋਗ ਦੇ ਰਹੇ ਨੇ, ਉਹ ਵੀ ਆਪਣਾ ਪੱਖ ਰੱਖ ਰਹੇ ਨੇ ਅਤੇ ਇਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਜਦੋਂ ਦੋਹਾਂ ਪੱਖਾਂ ਦੀ ਗੱਲ ਸਪਸ਼ਟ ਰੂਪ ਦੇ ਵਿੱਚ ਨਿਰਪੱਖ ਹੋ ਕੇ ਸੁਣੀ ਜਾਵੇ। ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ, ਉਹਨਾਂ ਦੇ ਵੱਲੋਂ ਕਿਹਾ ਗਿਆ, ਕਿਉਂਕਿ ਹਲੇ ਜਾਂਚ ਜਾਰੀ ਹੈ। ਇਸ ਆਧਾਰ ਤੇ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਵੇਗੀ ਜਦੋਂ ਜਾਂਚ ਮੁਕੰਮਲ ਹੋ ਜਾਵੇਗੀ। ਪਰ ਇਸ ਟ੍ਰੈਂਡ ਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਾੜਾ ਕਿਹਾ, ਜਿਸ ਦੇ ਵਿੱਚ ਕੁੜੀਆਂ ਦੇ ਵੱਲੋਂ ਜੋ ਕਿ ਜਲਦੀ ਪੜ੍ਹ ਲੈਂਦੀਆਂ ਨੇ, ਜਲਦੀ ਆਈਲੈਟਸ ਕਰ ਲੈਂਦੀਆਂ ਨੇ ਤੇ ਬਾਹਰ ਜਾ ਕੇ ਇਸ ਉਮੀਦ ਦੇ ਵਿੱਚ ਪਿੱਛੇ ਆਪਣੇ ਲਾੜੇ ਨੂੰ ਛੱਡ ਜਾਂਦੀਆਂ ਨੇ ਕਿ ਜਲਦ ਹੀ ਤੁਹਾਨੂੰ ਬਾਹਰ ਬੁਲਾਇਆ ਜਾਵੇਗਾ। ਇਸ ਰੁਝਾਨ ਨੂੰ ਬਹੁਤ ਹੀ ਜ਼ਿਆਦਾ ਮਾੜਾ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਮੁੰਡੇ ਵਾਲਿਆਂ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਬਾਹਰ ਜਾਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾਣ। ਸਹੀ ਤਰੀਕੇ ਦੇ ਨਾਲ ਸਹੀ ਰਸਤੇ ਦੇ ਰਾਹੀਂ ਹੀ ਬਾਹਰ ਜਾਣਾ ਚਾਹੀਦਾ ਹੈ। ਕੁਝ ਤੱਥਾਂ ਦੇ ਨਾਲ ਉਹਨਾਂ ਨੇ ਸਾਂਝੇ ਕਰਦੇ ਹੋਏ ਦੱਸਿਆ ਕਿ 2019 ਦੇ ਵਿੱਚ ਜਿੱਥੇ 16 ਪਰਚੇ ਦਰਜ ਹੋਏ ਸੀ, ਇਸ ਮਾਮਲੇ ਦੇ ਵਿੱਚ 2020 ਦੇ ਵਿੱਚ 11 ਹੋਏ ਅਤੇ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਿ ਸਾਲ ਪੂਰਾ ਵੀ ਨਹੀਂ ਬੀਤਿਆ ਤਾਂ ਹੁਣ ਤੱਕ 9 ਪਰਚੇ ਅਤੇ 31 ਕੰਪਲੇਂਟਸ ਆ ਚੁੱਕੀਆਂ ਨੇ। ਇਹੀ ਸਾਰੇ ਮਾਮਲੇ ਨੂੰ ਲੈ ਕੇ ਕਿ ਲਾੜਾ ਜਾਂ ਲਾੜੀ ਇੱਕ ਜਣਾ ਬਾਹਰ ਪਹੁੰਚ ਚੁੱਕਿਆ ਹੈ ਤੇ ਦੂਸਰੇ ਦੇ ਨਾਲ ਉਸ ਦੇ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ। ਇਹ ਟ੍ਰੈਂਡ ਚੱਲ ਰਿਹਾ ਹੈ, ਲੋਕਾਂ ਦੇ ਵਿੱਚ ਉਤਾਵਲਾਪਨ ਆਇਆ ਹੋਇਆ ਹੈ ਕਿ ਉਹ ਕਿਸੇ ਵੀ ਹਿੱਲੇ ਪੰਜਾਬ ਤੋਂ ਅਤੇ ਦੇਸ਼ ਤੋਂ ਬਾਹਰ ਚਲੇ ਜਾਣ। ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਜਾ ਕੇ ਉਹ ਖੂਬ ਸਾਰਾ ਪੈਸਾ ਕਮਾ ਸਕਦੇ ਨੇ, ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਬਿਤਾ ਸਕਦੇ ਨੇ, ਪਰ ਅਸਲ ਦੇ ਵਿੱਚ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਸਰਕਾਰ ਇਸ ਤੱਥ ਤੋਂ ਜਾਣੂ ਹੈ ਅਤੇ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਸਹੀ ਰਾਹ ਪਾਇਆ ਜਾਵੇ। ਉਹਨਾਂ ਨੇ ਇਹ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਧੇ ਢੰਗ ਦੇ ਨਾਲ ਹੀ ਬਾਹਰ ਜਾਣਾ ਚਾਹੀਦਾ ਹੈ। ਲਵਪ੍ਰੀਤ ਮਾਮਲੇ ਨੂੰ ਦੁਰਘਟਨਾ ਦੱਸਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰੱਬ ਦੇ ਸਾਹਮਣੇ ਜਦੋਂ ਕੋਈ ਬੰਧਨ ਬੰਨ੍ਹ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਤਾਂ ਉਸ ਤੋਂ ਬਾਅਦ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਸੇ ਦੇ ਨਾਲ ਵੀ ਧੋਖਾ ਨਹੀਂ ਹੋਣਾ ਚਾਹੀਦਾ। ਬੇਅੰਤ ਕੌਰ ਨੂੰ ਡਿਪੋਰਟ ਕਰਵਾਉਣ ਦੇ ਲਈ ਕਿਹੜੀਆਂ ਮੁਸ਼ਕਿਲਾਂ ਆਉਣਗੀਆਂ, ਕੀ ਬੇਅੰਤ ਕੌਰ ਡਿਪੋਰਟ ਹੋਵੇਗੀ ਜਾਂ ਫਿਰ ਨਹੀਂ, ਇਸ ਗੱਲ ਦਾ ਜਵਾਬ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਡਿਪੋਰਟ ਕਰਾਉਣਾ ਬੜਾ ਹੀ ਇੱਕ ਟੈਕਨੀਕਲ ਪ੍ਰੋਸੈਸ ਹੈ। ਜੱਸੀ ਮਰਡਰ ਕੇਸ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ। ਦੱਸਿਆ ਗਿਆ ਕਿ ਜੱਸੀ ਮਰਡਰ ਕੇਸ ਦੇ ਵਿੱਚ ਤਕਰੀਬਨ ਕਈ ਸਾਲ ਦਾ ਸਮਾਂ ਲੱਗ ਗਿਆ ਸੀ, 16 ਸਾਲ ਲੱਗ ਗਏ ਸਨ ਡਿਪੋਰਟ ਕਰਵਾਉਣ ਦੇ ਲਈ। ਇੱਕ ਮਰਡਰ ਕੇਸ ਦੇ ਵਿੱਚ ਇੰਨਾ ਜ਼ਿਆਦਾ ਲੰਬਾ ਸਮਾਂ ਲੱਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਡਿਪੋਰਟ ਕਰਵਾਉਣ ਵਾਲੀ ਗੱਲ ਔਖੀ ਜਾਪ ਰਹੀ ਹੈ। ਉਹਨਾਂ ਦੀਆਂ ਗੱਲਾਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਦੱਸਿਆ ਕਿ 2003 ਤੋਂ ਲੈ ਕੇ 2019 ਦੇ ਵਿੱਚ ਉਹ ਜਾ ਕੇ ਕਿਤੇ ਡਿਪੋਰਟ ਹੋਏ ਸਨ, ਜੱਸੀ ਮਰਡਰ ਕੇਸ ਦੀ ਗੱਲ ਕਰ ਰਹੇ ਸਨ ਅਤੇ ਉਹਨਾਂ ਨੇ ਕਿਹਾ ਕਿ ਲਵਪ੍ਰੀਤ ਮਾਮਲੇ ਦੇ ਵਿੱਚ ਹਾਲੇ ਕੁਝ ਵੀ ਸਾਫ਼ ਨਹੀਂ ਹੋ ਪਾਇਆ, ਹਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਹਿਲਾਂ ਬਰਨਾਲਾ ਪੁਲਿਸ ਛਾਣਬੀਣ ਕਰੇਗੀ ਅਤੇ ਪੂਰੀ ਛਾਣਬੀਣ ਹੋਣ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਡਿਪੋਰਟ ਕਰਵਾਉਣ ਵਾਲਾ ਪ੍ਰੋਸੈਸ ਬਹੁਤ ਹੀ ਟੈਕਨੀਕਲ ਹੈ, ਬਹੁਤ ਹੀ ਲੰਬਾ ਪ੍ਰੋਸੈਸ ਵੀ ਹੋ ਸਕਦਾ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਇਹ ਜਾਂਚਿਆ ਜਾਵੇਗਾ, ਬਰਨਾਲਾ ਪੁਲਿਸ ਪੂਰੀ ਛਾਣਬੀਣ ਕਰੇਗੀ, ਜਾਂਚ ਕਰੇਗੀ ਕਿ ਕ੍ਰਾਈਮ ਹੋਇਆ ਹੈ ਜਾਂ ਫਿਰ ਨਹੀਂ। ਜੇਕਰ ਹੋਇਆ ਤਾਂ ਫਿਰ ਉਹ ਕਿਹੜੀ ਧਰਤੀ ਤੇ ਹੋਇਆ, ਦੇਸ਼ ਦੀ ਧਰਤੀ ਸੀ ਜਾਂ ਫਿਰ ਵਿਦੇਸ਼ ਦੀ ਸੀ,
ਪੀਆਰ ਹੋ ਗਈ ਹੈ ਤਾਂ ਲੋਕਲ ਕੋਰਟ ਐਗਜ਼ਾਮਿਨ ਕਰੇਗਾ ਅਤੇ ਉਸ ਤੋਂ ਬਾਅਦ ਹੀ ਉਹ ਪੂਰੀ ਛਾਣਬੀਣ ਕਰਨ ਤੋਂ ਬਾਅਦ ਦੇਖੇਗਾ ਕਿ ਇਸ ਨੂੰ ਡਿਪੋਰਟ ਕਰਨਾ ਹੈ ਜਾਂ ਫਿਰ ਨਹੀਂ। ਇਸ ਮਾਮਲੇ ਦੀ ਪੂਰੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਪਰ ਉਹਨਾਂ ਨੇ ਜੱਸੀ ਮਰਡਰ ਕੇਸ ਦੀ ਗੱਲ ਕਰਦੇ ਹੋਏ ਕਿਹਾ ਕਿ ਉਸ ਮਾਮਲੇ ਦੇ ਵਿੱਚ 16 ਸਾਲ ਲੱਗ ਗਏ ਸਨ, ਕਾਫੀ ਲੰਬਾ ਸਮਾਂ ਲੱਗਿਆ ਸੀ ਉਹਨਾਂ ਦੋਸ਼ੀਆਂ ਨੂੰ ਡਿਪੋਰਟ ਕਰਵਾਉਣ ਦੇ ਵਿੱਚ ਜਿਨ੍ਹਾਂ ਤੇ ਇੱਕ ਮਰਡਰ ਕੇਸ ਪਿਆ ਹੋਇਆ ਸੀ। ਇਸ ਮਾਮਲੇ ਦੇ ਵਿੱਚ ਹਾਲੇ ਦੇਖਿਆ ਜਾਵੇਗਾ ਕਿ ਲਵਪ੍ਰੀਤ ਮਾਮਲੇ ਦੇ ਵਿੱਚ ਕੀ ਬਣਦਾ ਹੈ, ਕਿਉਂਕਿ ਕਾਰਵਾਈ ਮੁਕੰਮਲ ਨਹੀਂ ਹੋਈ, ਪੋਸਟਮਾਰਟਮ ਦੀ ਰਿਪੋਰਟ ਨਹੀਂ ਹੋਈ ਅਤੇ ਜਿਵੇਂ ਕਿ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਦੇ ਵਿੱਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਏਡੀਜੀਪੀ ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਸਰਕਾਰਾਂ ਜ਼ਰੂਰ ਡਿਪੋਰਟ ਕਰਨਗੀਆਂ ਜੇਕਰ ਉਹ ਸਾਰੀ ਕਾਰਵਾਈ ਬਣਦੀ ਹੋਈ, ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ। ਪਰ ਉਸ ਦੇ ਲਈ ਲੋਕਲ, ਹਾਈਅਰ, ਨੈਸ਼ਨਲ ਕੋਰਟ ਤੱਕ ਉਹ ਗਏ ਸਨ। ਜਦੋਂ ਜੱਸੀ ਮਰਡਰ ਕੇਸ ਹੋਇਆ ਸੀ 16 ਸਾਲ ਦਾ ਲੰਬਾ ਸਮਾਂ ਉਹਨਾਂ ਨੂੰ ਲੱਗਿਆ ਸੀ। ਪਰ ਦੂਸਰੇ ਪਾਸੇ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਪੈਸੇ ਲਗਾਏ ਗਏ ਸਨ, ਕੀ ਉਹ ਪੈਸੇ ਵਾਪਸ ਆਉਣਗੇ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਕੇਸਾਂ ਦੇ ਵਿੱਚ ਜਿੱਥੇ ਕਿ ਰਿਸ਼ਤਾ ਕਾਇਮ ਕਰ ਲਿਆ ਜਾਂਦਾ ਹੈ, ਪਰਿਵਾਰ ਬਣਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਰਿਕਵਰੀ ਵਾਲੀ ਗੱਲ ਉਹਨਾਂ ਨੂੰ ਸਹੀ ਨਹੀਂ ਜਾਪਦੀ। ਜਦੋਂ ਤੁਸੀਂ ਕਿਸੇ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਬਣਾ ਲਿਆ ਤਾਂ ਬਾਅਦ ਦੇ ਵਿੱਚ ਉਸ ਤੋਂ ਰਿਕਵਰੀ ਕਰੋਗੇ, ਇਹ ਗੱਲ ਉਹਨਾਂ ਨੇ ਕਿਹਾ ਕਿ ਮੈਨੂੰ ਵਾਜਿਬ ਨਹੀਂ ਲੱਗਦੀ। ਪਰ ਜੇ ਸੌਦਾ ਹੈ ਤਾਂ ਫਿਰ ਹੋ ਸਕਦਾ ਹੈ। ਵਿਆਹ ਨੂੰ ਦਾਅ 'ਤੇ ਲਾ ਰਹੇ ਨੇ ਕੀ ਸਾਰੇ ਜਾਣੇ। ਉਹਨਾਂ ਨੇ ਕਿਹਾ ਕਿ ਸਾਰੀਆਂ ਗੱਲਾਂ ਮੰਦਭਾਗੀਆਂ ਨੇ, ਪਹਿਲਾਂ ਵਿਆਹ ਹੁੰਦਾ ਹੈ ਤੇ ਫਿਰ ਰਿਕਵਰੀ ਦੇ ਲਈ ਕਿਹਾ ਜਾਂਦਾ ਹੈ। ਰਜਿਸਟਰ ਮੈਰਿਜ ਹੋਵੇ ਜੇਕਰ ਅਤੇ ਕੁੜੀ ਦੇ ਵੱਲੋਂ ਧੋਖਾ ਦਿੱਤਾ ਹੋਵੇ ਤਾਂ ਅਜਿਹੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਨੇ। ਐਨਆਰਆਈ ਵਿੰਗ ਦੇ ਕੋਲ ਇਹ ਸਾਰੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਜਿੱਥੇ ਇਹਨਾਂ ਕੇਸਾਂ ਦੀ ਕੰਪਲੇਂਟਸ ਦੀ ਗਿਣਤੀ ਅੱਜ ਤੋਂ 2 ਸਾਲ ਪਹਿਲਾਂ 16 ਸੀ ਤਾਂ ਇਹ ਵੱਧ ਕੇ 31 ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਪਰਚੇ ਦਰਜ ਹੋਏ ਨੇ ਉਹ ਇਸ ਤੋਂ ਅਲੱਗ ਨੇ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਕਰੋਨਾ ਕਰਕੇ ਵੀ ਕਈ ਸਾਰੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਕਈ ਪ੍ਰੋਬਲਮਸ ਆ ਰਹੀਆਂ ਨੇ ਅਤੇ ਇਸ ਕਰਕੇ ਵੀ ਕਈ ਫਾਈਲਾਂ ਨਹੀਂ ਲੱਗ ਰਹੀਆਂ ਅਤੇ ਲਾੜੀਆਂ ਅਤੇ ਬੱਚੇ ਬਾਹਰ ਨਹੀਂ ਜਾ ਪਾ ਰਹੇ, ਜੋ ਕਿ ਉਹਨਾਂ ਦੀ ਟੈਨਸ਼ਨ ਦਾ ਘਰ ਬਣ ਰਿਹਾ ਹੈ। ਸਿੱਧੀਆਂ ਫਲਾਈਟਸ ਬੰਦ ਨੇ, ਇਹ ਵੀ ਇੱਕ ਗੱਲ ਕਹੀ ਉਹਨਾਂ ਦੇ ਵੱਲੋਂ ਅਤੇ ਸਾਰਾ ਮਾਮਲਾ ਫਿਲਹਾਲ ਜਾਂਚ ਦਾ ਵਿਸ਼ਾ ਕਿ ਆਖਿਰਕਾਰ ਕੀ ਕੁਝ ਹੋਇਆ ਸੀ। ਉਹਨਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਮਿਹਨਤ ਕੀਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਨੌਜਵਾਨਾਂ ਅਤੇ ਮਾਪਿਆਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਜਾਲ ਦੇ ਵਿੱਚ ਨਾ ਫਸੋ। ਹੋ ਸਕਦਾ ਹੈ ਵਿਆਹ ਨੂੰ ਦਾਅ 'ਤੇ ਲਾ ਰਹੇ ਨੇ ਕੀ ਸਾਰੇ ਜਾਣੇ। ਉਹਨਾਂ ਨੇ ਕਿਹਾ ਕਿ ਸਾਰੀਆਂ ਗੱਲਾਂ ਮੰਦਭਾਗੀਆਂ ਨੇ, ਪਹਿਲਾਂ ਵਿਆਹ ਹੁੰਦਾ ਹੈ ਤੇ ਫਿਰ ਰਿਕਵਰੀ ਦੇ ਲਈ ਕਿਹਾ ਜਾਂਦਾ ਹੈ। ਰਜਿਸਟਰ ਮੈਰਿਜ ਹੋਵੇ ਜੇਕਰ ਅਤੇ ਕੁੜੀ ਦੇ ਵੱਲੋਂ ਧੋਖਾ ਦਿੱਤਾ ਹੋਵੇ ਤਾਂ ਅਜਿਹੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਨੇ। ਐਨਆਰਆਈ ਵਿੰਗ ਦੇ ਕੋਲ ਇਹ ਸਾਰੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਜਿੱਥੇ ਇਹਨਾਂ ਕੇਸਾਂ ਦੀ ਕੰਪਲੇਂਟਸ ਦੀ ਗਿਣਤੀ ਅੱਜ ਤੋਂ 2 ਸਾਲ ਪਹਿਲਾਂ 16 ਸੀ ਤਾਂ ਇਹ ਵੱਧ ਕੇ 31 ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਪਰਚੇ ਦਰਜ ਹੋਏ ਨੇ ਉਹ ਇਸ ਤੋਂ ਅਲੱਗ ਨੇ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਕਰੋਨਾ ਕਰਕੇ ਵੀ ਕਈ ਸਾਰੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਕਈ ਪ੍ਰੋਬਲਮਸ ਆ ਰਹੀਆਂ ਨੇ ਅਤੇ ਇਸ ਕਰਕੇ ਵੀ ਕਈ ਫਾਈਲਾਂ ਨਹੀਂ ਲੱਗ ਰਹੀਆਂ ਅਤੇ ਲਾੜੀਆਂ ਅਤੇ ਬੱਚੇ ਬਾਹਰ ਨਹੀਂ ਜਾ ਪਾ ਰਹੇ, ਜੋ ਕਿ ਉਹਨਾਂ ਦੀ ਟੈਨਸ਼ਨ ਦਾ ਘਰ ਬਣ ਰਿਹਾ ਹੈ। ਸਿੱਧੀਆਂ ਫਲਾਈਟਸ ਬੰਦ ਨੇ, ਇਹ ਵੀ ਇੱਕ ਗੱਲ ਕਹੀ ਉਹਨਾਂ ਦੇ ਵੱਲੋਂ ਅਤੇ ਸਾਰਾ ਮਾਮਲਾ ਫਿਲਹਾਲ ਜਾਂਚ ਦਾ ਵਿਸ਼ਾ ਕਿ ਆਖਿਰਕਾਰ ਕੀ ਕੁਝ ਹੋਇਆ ਸੀ। ਉਹਨਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਮਿਹਨਤ ਕੀਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਨੌਜਵਾਨਾਂ ਅਤੇ ਮਾਪਿਆਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਜਾਲ ਦੇ ਵਿੱਚ ਨਾ ਫਸੋ।